ਸਤਿ ਸ਼੍ਰੀ ਅਕਾਲ ਜੀ। ਵਾਇਸ ਆਫ ਇੰਡੀਆ ਤੇ ਮੈਂ ਤੁਹਾਡਾ ਹੋਸਟ ਐਮਪੀ ਸਿੰਘ ਤੁਹਾਨੂੰ ਸਾਰਿਆਂ ਨੂੰ ਮੁਖਾਤਬ ਹੋ ਰਿਹਾ ਔਰ ਅੱਜ ਅਸੀਂ ਇੱਕ ਬਹੁਤ ਅਹਿਮ ਵਿਸ਼ੇ 'ਤੇ ਗੱਲਬਾਤ ਕਰਨ ਜਾ ਰਹੇ ਹਾਂ। ਪੰਜਾਬੀ ਸਾਹਿਤ ਵਿੱਚ ਤੇ ਇਨਕਲਾਬੀ ਧਿਰਾਂ ਦੇ ਵਿੱਚ ਬਹੁਤ ਹੀ ਹਰਮਨ ਪਿਆਰੇ ਰਹੇ ਸ਼ਾਇਰ ਅਵਤਾਰ ਪਾਸ਼ ਦਾ ਅੱਜ ਜਨਮ ਦਿਹਾੜਾ ਹੈ। ਅੱਜ ਦੇ ਦਿਨ 1950 ਵਿੱਚ ਤਲਵੰਡੀ ਸਲੇਮ ਵਿੱਚ ਉਹਨਾਂ ਨੇ ਜਨਮ ਲਿਆ ਸੀ ਅਤੇ ਸਾਹਿਤ ਦੇ ਖੇਤਰ ਵਿੱਚ ਬਹੁਤ ਬੁਲੰਦੀਆਂ ਛੂਹੀਆਂ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਹਾਜ਼ਰ ਨੇ ਮੇਰੇ ਵੱਡੇ ਵੀਰ ਬਖਸ਼ਿੰਦਰ ਜੀ, ਵੈਨਕੂਵਰ ਤੋਂ ਫੋਨ ਲਾਈਨ 'ਤੇ ਮੌਜੂਦ ਨੇ। ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ। ਬਖਸ਼ਿੰਦਰ ਜੀ ਸਤਿ ਸ਼੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਿੰਘ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਬਖਸ਼ਿੰਦਰ ਜੀ, ਪੰਜਾਬੀ ਸਾਹਿਤ ਦੇ ਵਿੱਚ ਜਦੋਂ ਤੱਤੀ ਕਵਿਤਾ ਦਾ ਨਾਂ ਆਉਂਦਾ ਨਕਸਲਬਾੜੀ ਮੂਵਮੈਂਟ ਦੇ ਦੌਰਾਨ, ਅਤੇ ਬਹੁਤ ਸਾਰੇ ਸ਼ਾਇਰਾਂ ਦਾ ਨਾਂ ਜਿਹੜਾ ਅੱਜ ਵੀ ਵਿਸ਼ਵ ਪੱਧਰ 'ਤੇ ਬਹੁਤ ਸਨਮਾਨ ਨਾਲ ਲਿਆ ਜਾਂਦਾ, ਉਹਨਾਂ ਵਿੱਚੋਂ ਇੱਕ ਨਾਂ ਸੀ ਅਵਤਾਰ ਪਾਸ਼। ਅਵਤਾਰ ਪਾਸ਼ ਤੱਤੀ ਕਵਿਤਾ ਦਾ ਸ਼ਾਇਰ ਸੀ ਅਤੇ ਇੱਕ ਹੋਰ ਤੱਤੀ ਲਹਿਰ ਦਾ ਸ਼ਿਕਾਰ ਹੋ ਗਿਆ। ਮੈਂ ਚਾਹੂੰਗਾ ਕਿ ਅਸੀਂ ਆਪਣੇ ਸਰੋਤਿਆਂ ਦੇ ਨਾਲ ਉਹਨਾਂ ਦੀ ਸ਼ਾਇਰੀ ਬਾਰੇ ਵੀ ਅਤੇ ਉਹਨਾਂ ਦੀ ਸ਼ਖਸੀਅਤ ਬਾਰੇ ਵੀ ਗੱਲ ਕਰੀਏ, ਅਤੇ ਇਹ ਵੀ ਮੈਂ ਜ਼ਰੂਰ ਚਾਹੂੰਗਾ ਕਿ ਉਹ ਜਿਸ ਲਹਿਰ ਦੇ ਤੱਤੀ ਹਵਾ ਦੇ ਸ਼ਿਕਾਰ ਹੋਏ, ਉਸ ਤੋਂ ਬਾਅਦ ਉਹਨਾਂ ਦੀ ਕਵਿਤਾ ਦਾ ਰੂਪ ਜਿਹੜਾ ਅਸਲੀ ਰੂਪ ਜਿਹੜਾ ਸਾਹਮਣੇ ਆਇਆ ਅਤੇ ਪੂਰੇ ਵਿਸ਼ਵ ਪੱਧਰ 'ਤੇ ਬਹੁਤ ਪ੍ਰਸਿੱਧੀ ਖੱਟੀ, ਇਹਦੇ ਬਾਰੇ ਚਰਚਾ ਸ਼ੁਰੂ ਕਰੀਏ। ਤੁਸੀਂ ਕਿੱਥੋਂ ਗੱਲ ਕਰਨੀ ਸ਼ੁਰੂ ਕਰਨਾ ਚਾਹੁੰਦੇ ਹੋ, ਇਹ ਮੈਂ ਗੱਲ ਤੁਹਾਡੇ ਤੇ ਛੱਡਦਾ। ਦੇਖੋ ਐਮਪੀ ਸਿੰਘ ਜੀ, ਕਵਿਤਾ ਤੱਤੀ, ਠੰਡੀ, ਗਰਮ, ਨਿੱਘੀ ਜੋ ਵੀ ਹੁੰਦੀ ਹੈ ਕਵਿਤਾ, ਹਾਂਜੀ, ਤੇ ਸਾਹਿਤ ਜੋ ਵੀ ਹੁੰਦਾ ਸਾਹਿਤ ਹੁੰਦਾ। ਇਸੇ ਤਰ੍ਹਾਂ ਹੀ ਪੱਤਰਕਾਰੀ ਜਿਹੜੀ ਹੈ ਉਹ ਵੀ ਪੱਤਰਕਾਰੀ ਹੁੰਦੀ ਹੈ। ਉਹਦੇ ਉੱਤੇ ਆਪਾਂ ਕੋਈ ਵਿਸ਼ੇਸ਼ਣ ਨਹੀਂ ਲਾ ਸਕਦੇ। ਠੰਡੀ ਪੱਤਰਕਾਰੀ, ਗਰਮ ਪੱਤਰਕਾਰੀ, ਜਾਂ ਗਰਮ ਕਵਿਤਾ ਜਾਂ ਠੰਡੀ ਕਵਿਤਾ। ਹਾਂਜੀ, ਤੇ ਕਵੀ ਵੀ ਜਿਹੜੇ ਹੁੰਦੇ ਆ, ਕਵੀ ਹੁੰਦੇ ਆ ਅਸਲ ਵਿੱਚ। ਬਾਕੀ ਗਰਮ ਕਵੀ, ਠੰਡੇ ਕਵੀ ਵਾਲੀ ਗੱਲ ਜਿਹੜੀ ਹੈ ਨਾ, ਇਹ ਅਸੀਂ ਜਿੱਦਾਂ ਅਸੀਂ ਮਹਿਸੂਸ ਕਰਦੇ ਆ ਨਾ, ਉਹਦੇ ਨਾਂ ਆਪਣੇ ਮੁਤਾਬਕ ਅਸੀਂ ਨਾਂ ਦੇ ਦਿੰਦੇ। ਇਹ ਕਵਿਤਾ ਗਰਮ ਹੈ, ਇਹ ਠੰਡੀ ਹੈ। ਹੋ ਸਕਦਾ ਉਹ ਕਵਿਤਾ ਕਿਸੇ ਹੋਰ ਬੜੀ ਠੰਡੀ ਲੱਗ ਰਹੀ ਹੈ। ਸੋ ਪਾਠ ਨੇ ਕਵਿਤਾ ਲਿਖੀ, ਤੇ ਕਵਿਤਾ ਉਸ ਦੌਰ ਲਿਖੀ ਜਦੋਂ ਕਹਿੰਦੇ ਸੀ ਖੁੱਲੀ ਕਵਿਤਾ ਕਿਸੇ ਨੂੰ ਪਸੰਦ ਨਹੀਂ ਆਉਂਦੀ ਤੇ ਕਿਸੇ ਨੂੰ ਸਮਝ ਨਹੀਂ ਆਉਂਦੀ। ਠੀਕ ਹੈ ਜੀ। ਤੇ ਉਹਦੀ ਕਵਿਤਾ ਉਹਨਾਂ ਦਿਨਾਂ ਵਿੱਚ ਲੋਕਾਂ ਦੇ ਕੰਨਾਂ ਵਿੱਚ ਹੀ ਰੌਣਕ ਖੋਪ ਕੇ ਨਹੀਂ ਰਹਿ ਜਾਂਦੀ ਹੁੰਦੀ। ਉਹਦੀ ਕਵਿਤਾ ਜਿਹੜੀ ਸੀ ਸਿੱਧੀ ਸੀਨੇ 'ਚ ਉਤਰਦੀ ਸੀ। ਹਾਂਜੀ ਹਾਂਜੀ। ਉਹਦੀ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਕਵਿਤਾ ਸੁਣਨ ਵਾਲੇ ਉਹਨੂੰ ਰਿਸੀਵ ਕਰਨ ਲਈ, ਉਹਨੂੰ ਸੁਣਨ ਲਈ ਉਸੇ ਤਰ੍ਹਾਂ ਤਿਆਰ ਹੁੰਦੇ ਸੀ ਜਿਸ ਤਰ੍ਹਾਂ ਉਹ ਲਿਖੀ ਹੁੰਦੀ ਸੀ। ਕਈ ਵਾਰੀ ਇਹ ਹੁੰਦੀ ਹੈ ਕਿ ਬਹੁਤ ਵਧੀਆ ਕਵਿਤਾ ਲਿਖੀ ਹੁੰਦੀ ਹੈ, ਉਹ ਰਸਤੇ 'ਚ ਹੀ ਗੁਆਚ ਜਾਂਦੀ ਹੈ। ਉਹ ਤੁਹਾਡੇ ਕੰਨਾਂ ਤੱਕ ਨਹੀਂ ਪਹੁੰਚਦੀ। ਜੇ ਕੰਨਾਂ ਤੋਂ ਮਨ ਤੱਕ ਨਹੀਂ ਪਹੁੰਚਦੀ, ਮਨ ਤੋਂ ਅੰਦਰ ਤੱਕ, ਧੁਰ ਤੱਕ ਅਸਰ ਨਹੀਂ ਕਰਦੀ। ਸੋ ਇਸ ਤਰ੍ਹਾਂ ਵੀ ਪਾਸ਼ ਦੀ ਕਵਿਤਾ ਨੂੰ ਕਿਸੇ ਨੇ ਮਹਿਸੂਸ ਕੀਤਾ। ਉਹਦਾ ਚੌਥਾ ਕਾਵਿ ਸੰਗ੍ਰਹਿ ਜਿਹੜਾ ਸੀ, ਚੌਥਾ ਸੀ ਕਿ ਤੀਜਾ ਸੀ ਸਾਡੇ ਸਮਿਆਂ ਵਿੱਚ। ਹਾਂਜੀ, ਤੀਜਾ ਸੀ ਜੀ। ਹਾਂਜੀ ਹਾਂ। ਕਵਿਤਾ ਲਿਖਦੇ 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 ਹੌਲੀ ਹੌਲੀ ਬੰਦੇ ਦੀ ਸ਼ਖਸੀਅਤ ਤੇ, ਕਲਮ ਤੇ, ਸੋਚ ਤੇ, ਤਜਰਬੇ ਤੇ, ਅਨੁਭਵ ਤੇ ਨਿਖਾਰ ਆਉਂਦਾ। ਬਿਲਕੁਲ। ਪਾਸ਼ ਪਹਿਲਾਂ ਜ਼ਰੂਰ ਜੋ ਕੁਛ ਪਹਿਲੀ ਕਿਤਾਬ ਲਿਖਿਆ ਉਹਨੂੰ ਬਹੁਤ ਰਿਸੀਵ ਕੀਤਾ ਗਿਆ, ਤੇ ਇੱਕ ਤਰ੍ਹਾਂ ਦਾ ਉਹਦੇ ਉੱਤੇ ਵੀ ਇਹ ਨਾ ਟੈਗ ਹੀ ਲਾਤਾ ਗਿਆ ਕਿ ਇਹ ਜੀ ਇਸ ਤਰ੍ਹਾਂ ਦਾ ਕਵੀ ਹੈ। ਐਮਪੀ ਸਿੰਘ ਜੀ, ਤੁਸੀਂ ਦੇਖੋਗੇ ਉਹਦੀਆਂ ਹੁਣ ਕਵਿਤਾਵਾਂ ਦੀਆਂ ਮਿਸਾਲਾਂ ਦੇਣੀਆਂ ਬੜੀਆਂ ਔਖੀਆਂ, ਬੜੇ ਸਾਲ ਹੋ ਗਏ। ਹਾਂਜੀ ਹਾਂਜੀ। ਕਿਉਂਕਿ ਗਲਤ ਕਵਿਤਾ ਨਹੀਂ ਮੈਂ ਬੋਲਣੀ ਚਾਹੁੰਦਾ, ਸ਼ਬਦ ਤਾਂ ਪੂਰੇ ਹੋਣੇ ਚਾਹੀਦੇ ਹਨ। ਬਿਲਕੁਲ ਜੀ। ਉਹਨੇ
ਪਹਿਲਾਂ ਜਦੋਂ ਲੱਗਿਆ ਤੇ ਐਂ ਲੱਗਦਾ ਸੀ ਉਹ ਲੋਹੇ ਦਾ ਸ਼ਾਇਰ ਆ, ਅੱਗ ਦਾ ਸ਼ਾਇਰ ਆ, ਬਰੂਦ ਦਾ ਸ਼ਾਇਰ। ਉਹ ਠੀਕ ਹੈ, ਉਹਦਾ ਪ੍ਰਵੇਸ਼ ਏਦਾਂ ਹੋਇਆ ਸੀ ਇਸ ਅਖਾੜੇ ਵਿੱਚ ਕਵਿਤਾ ਦੇ ਵਿੱਚ। ਹਾਂਜੀ। ਤੇ ਜਿੱਦਾਂ ਉਹ ਕਹਿੰਦਾ ਕਿ ਮੈਂ ਕਵਿਤਾ ਵਿੱਚ ਹੱਟਾ ਰੋੜੀ ਦੇ ਕੁੱਤੇ ਵਾਂਗ ਸਮਝਿਆ ਜਾਂਦਾ ਹਾਂ। ਹਾਂਜੀ ਹਾਂਜੀ ਹਾਂਜੀ। ਜਿਹੜੀ ਮੇਰੇ ਮੂੰਹ ਨੂੰ ਲਹੂ ਲੱਗਾ ਆ। ਉਹ ਵੀ ਉਹਨੇ ਗੱਲ ਕਹੀ ਕਿ ਮੈਨੂੰ ਸਮਝਿਆ ਏਦਾਂ ਜਾਂਦਾ ਹੱਡਾ ਰੋੜੀ ਦੇ ਕੁੱਤੇ। ਹਾਂ, ਮੈਂ ਹੈ ਨਹੀਂ। ਪਰ ਉਹਨੇ ਇਹ ਕਦੇ ਨਹੀਂ ਕਿਹਾ ਸੀ ਕਿ ਮੈਂ ਹੱਡਾ ਰੋੜੀ ਦਾ ਕੁੱਤਾ ਆ। ਹਾਂਜੀ ਹਾਂਜੀ ਹਾਂਜੀ। ਇਹ ਫਰਕ ਹੈ ਇਸ ਗੱਲ ਦੀ। ਬਿਲਕੁਲ ਜੀ। ਤੇ ਉਹ ਜਦੋਂ ਉਹਦੀ ਕਵਿਤਾ ਅਗਲੀ ਆਈ ਕਿ ਆਪਾਂ ਦੋਨੋਂ ਕਣਕ ਤੇ ਸਰੋਂ ਦੀ ਫਸਲ ਦੇ ਵਿੱਚ, ਉਹ ਲਾਈਨਾਂ ਮੈਨੂੰ ਐਗਜ਼ੈਕਟਲੀ ਯਾਦ ਨਹੀਂ ਹੁਣ, ਆਪਾਂ ਪੱਖੀ ਭਾਰ ਹੋ ਕੇ ਲਿਖਦੇ ਸਨ। ਇਹ ਲਾਈਨਾਂ ਬਿਨਾਂ ਕਿਸੇ ਜਿਹੜੇ ਜਾਣ ਪਛਾਣ ਤੋਂ, ਬਿਨਾਂ ਕਿਸੇ ਤਾਰੁਫ ਤੋਂ ਜੇ ਅਸੀਂ ਇਹ ਬੋਲੀਏ ਤੇ ਕਹੀਏ ਵੀ ਦੱਸੋ ਕਿਹੜੀਆਂ ਲਾਈਨਾਂ, ਸ਼ਾਇਦ ਸਾਰੇ ਸੋਚਾਂ 'ਚ ਪੈ ਜਾਣ। ਪਰ ਪਾਸ਼ ਕਿਉਂਕਿ ਉਹਦੀ ਸਾਰੀ ਪੋਇਟਰੀ ਬਹੁਤ ਪੜ੍ਹੀ ਗਈ ਹੈ, ਆਸਾਨੀ ਨਾਲ ਹੀ ਫੜਿਆ ਜਾਂਦਾ, ਪਛਾਣਿਆ ਜਾਂਦਾ। ਪਰ ਇਹ ਲਾਈਨਾਂ ਉਹਦੀਆਂ ਨਹੀਂ ਲੱਗਦੀਆਂ। ਅਸਲ ਵਿੱਚ ਜੇ ਦੇਖਿਆ ਜਾਵੇ, ਹਰ ਕਵੀ ਕਿਸੇ ਨਾ ਕਿਸੇ ਲੈਵਲ ਤੱਕ, ਕਿਸੇ ਨਾ ਕਿਸੇ ਡਿਗਰੀ ਤੱਕ ਰੋਮਾਂਟਿਕ ਜ਼ਰੂਰ ਹੁੰਦਾ। ਬਿਲਕੁਲ, ਤੁਹਾਡੀ ਗੱਲ ਠੀਕ ਹੈ। ਰੋਮਾਂਟਿਕ ਹੋਣ ਬਗੈਰ ਕਵਿਤਾ ਲਿਖੀ ਨਹੀਂ ਜਾ ਸਕਦੀ। ਪਾਸ਼ ਵੀ ਲਿਖਦਾ ਇੱਕ ਜਗ੍ਹਾ ਤੇ, ਜੇ ਤੂੰ ਮੁਕਲਾਵੇ ਨਾ ਜਾਂਦੀ ਤਾਂ ਤੈਨੂੰ ਭਰਮ ਰਹਿਣਾ ਸੀ ਕਿ ਤੇਰੀ ਫੁਲਕਾਰੀ ਤੇ ਕੱਢੇ ਹੋਏ ਸੂਹੇ ਫੁੱਲ ਬਲ ਉੱਠਣਗੇ। ਵਾਹ, ਬਹੁਤ ਖੂਬ ਸੀ। ਹਾਂਜੀ। ਇਹਦੇ ਵਿੱਚ ਉਹ ਪਿਸਤੌਲ, ਅੱਗ, ਹੋਰ ਸਾਰਾ ਕੁਛ ਜਿਹੜਾ ਜੋ ਕੁਛ ਬਾਰੂਦ, ਜਿਹੜਾ ਗੋਲੀਆਂ, ਜਿਹੜੀਆਂ ਆਮ ਤੌਰ ਤੇ ਪਾਸ਼ ਦੀ ਕਵਿਤਾ ਦਾ ਆਲਣਾ ਸਮਝੀਆਂ ਜਾਂਦੀਆਂ ਰਹੀਆਂ, ਉਹ ਨਹੀਂ ਹੈਗੀਆਂ। ਇਹ ਬੜੀ ਸੂਖਮਤਾ ਆ ਵੀ ਉਹ ਹੈਗੀ ਆ, ਫੁਲਕਾਰੀ ਹੈ, ਉਹਦੇ ਤੇ ਫੁੱਲ ਕੱਢੇ ਹੋਏ ਆ, ਤੇ ਉਹ ਉਸੇ ਫੁੱਲ ਕੱਢਣ ਵਾਲੀ ਨੂੰ ਕਹਿੰਦਾ ਕਿ ਜੇ ਤੂੰ ਮੁਕਲਾਵੇ ਨਾ ਜਾਂਦੀ ਤਾਂ ਤੈਨੂੰ ਭਰਮ ਰਹਿਣਾ ਸੀ। ਜੇ ਏਦਾਂ ਦੇ ਸਿੰਬਲ ਕੋਈ ਵਰਤਦਾ ਤੇ ਉਹਨੇ ਨਿਰਾ ਇਹ ਟੈਗ ਲਾਉਣਾ ਨਹੀਂ ਜੀ ਉਹ ਤਾਂ ਤੱਤੀ ਕਵਿਤਾ ਦਾ ਕਵੀ ਸੀ ਤੇ ਤੱਤੀ ਕਵਿਤਾ ਖਤਮ ਹੋ ਗਈ ਤੇ ਪਾਸ਼ ਦਾ ਸੰਦਰਭ ਵੀ ਖਤਮ ਹੋ ਗਿਆ। ਇਸ ਕਰਕੇ ਠੀਕ ਆ, ਪਾਸ਼ ਨੂੰ ਮਾਰ ਦਿੱਤਾ ਗਿਆ। ਉਹਦੇ ਮਾਰਨ ਦੇ ਨਾਲ ਨਾਲ ਬੜੀਆਂ ਦੰਦ ਕਥਾਵਾਂ ਜੁੜੀਆਂ। ਕੋਈ ਉਹਨੂੰ ਬਦਚਲਣ, ਕੋਈ ਉਹਨੂੰ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਕੁਛ ਕਹਿੰਦਾ। ਪਰ ਇੱਕ ਗੱਲ ਆ ਕਿ ਪਾਸ਼ ਦੀ ਕਵਿਤਾ, ਪਾਸ਼ ਦਾ ਥਾਟ ਜਿਹੜਾ ਇਸ ਵੇਲੇ ਸ਼ਾਇਦ ਉਹਦੇ ਜ਼ਿਲ੍ਹੇ ਜੀ ਇੰਨਾ ਨਾ ਹੁੰਦਾ, ਇਸ ਵੇਲੇ ਤੱਕ ਅੰਤਰਰਾਸ਼ਟਰੀ ਪੱਧਰ ਤੇ ਸਫਰ ਕਰ ਗਿਆ ਹੈ। ਉਹਦੇ ਮਰਨ ਤੋਂ ਬਾਅਦ ਹੋਇਆ ਸਾਰਾ ਕੁਛ। ਮਰਨ ਤੋਂ ਬਾਅਦ ਹੋਇਆ, ਉਹਨੂੰ ਮਾਰੇ ਜਾਣ ਤੋਂ ਬਾਅਦ ਹੋਇਆ। ਉਹਨੂੰ ਮਾਰੇ ਜਾਣ ਦੀ ਕੋਸ਼ਿਸ਼ ਤਾਂ ਦਰਅਸਲ ਇਸ ਕਰਕੇ ਕੀਤੀ ਸੀ ਕਿ ਉਹਦਾ ਥਾਟ, ਉਹਦੇ ਬੋਲ, ਉਹਦੇ ਸ਼ਬਦ ਮਾਰਨੇ। ਬਿਲਕੁਲ। ਪਰ ਉਹਦੇ ਸ਼ਬਦ ਬਹੁਤ ਜ਼ਿਆਦਾ ਰਫਤਾਰ ਨਾਲ ਸਾਰੇ ਚ ਫੈਲੇ ਆ। ਹਾਂਜੀ ਹਾਂਜੀ। ਜਹਾਨ ਚ ਫੈਲੇ ਆ। ਹਾਂਜੀ ਹਾਂਜੀ। ਮੈਂ ਉਹਨਾਂ ਦਾ ਜਗਬਾਣੀ ਚ ਕੰਮ ਕਰਦਾ ਸੀ ਜਦੋਂ ਉਹਦਾ ਕਤਲ ਹੋਇਆ, ਸ਼ਹੀਦ ਕੀਤਾ ਗਿਆ। ਉਹਨਾਂ ਦਿਨਾਂ ਵਿੱਚ ਹੀ ਮੈਨੂੰ ਮਤਲਬ ਮੈਨੂੰ ਤਲਵੰਡੀ ਸਲੇਮ ਦੀ ਮੈਂ ਗਿਆ ਤੇ ਉਹਦੇ ਨਾਲ, ਉਹਦੇ ਬੋਝ ਨਾਲ ਮਿੱਟੀ ਹੋਈ ਕਣਕ, ਗੋਲੀਆਂ ਜਿੱਥੇ ਲੱਗ ਕੇ ਡਿੱਗਿਆ, ਲਹੂ ਨਾਲ ਲਿਬੜੀ ਕਣਕ ਵੀ ਮੈਂ ਦੇਖੀ। ਉਹ ਫਸਲ ਕਣਕ ਦੀ ਮੈਂ ਉਹਦੇ ਖੂਹ ਤੇ ਪੱਟਿਆ ਹੋਇਆ, ਜਿਸ ਖੇਤ ਵਿੱਚ ਭੋਰਾ ਫੁੱਟਿਆ ਸੀ, ਉਹ ਵੀ ਦੇਖਿਆ ਮੈਂ। ਉਹ ਮੋਟਰ ਵੀ ਦੇਖੀ, ਉਹ ਟਿਊਬਲ ਵੀ ਦੇਖਿਆ ਜਿੱਥੇ ਉਹ ਖੇਤ ਵੇਲੇ ਨਹਾਉਣ ਲਈ ਗਿਆ ਹੋਇਆ ਸੀ, ਮਾਰ ਦਿੱਤਾ ਗਿਆ ਸੀ। ਹਾਂਜੀ ਹਾਂਜੀ। ਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਇੰਨੀ ਛੇਤੀ ਦੇਖੋ ਅਸੀਂ ਕਿੱਦਾਂ ਕਰਦੇ ਹਾਂ। ਉਹ ਜਿੱਦਾਂ ਉਹਦੀ ਕਵਿਤਾ ਆ, ਉਹਦਾ ਸੰਦੇਸ਼ ਆ ਘਾਹ, ਮੈਂ ਤਾਂ ਘਾਹ ਹਾਂ। ਅਸੀਂ ਕੋਸ਼ਿਸ਼ ਕੀਤੀ ਉਹਨੂੰ ਢੀਲੇ ਵਾਂਗੂ, ਘਾਹ ਵਾਂਗੂ ਵੱਢ ਦੇਣ ਦੀ। ਕਹਿੰਦੇ ਆ ਵੀ ਸਿਆਣੇ ਕਹਿੰਦੇ ਜਿਹੜੇ ਕਿਸਾਨ ਆ ਵੀ ਢੀਲਾ ਜਦੋਂ ਤੁਸੀਂ ਉੱਪਰੋਂ ਵੱਢਦੇ ਹੋ, ਉਹ ਤਾਂ ਤੁਹਾਨੂੰ ਪਰਾਂ ਵੀ ਨਹੀਂ ਹੋਣ ਦਿੰਦਾ ਜਦੋਂ ਉੱਪਰ ਆਉਂਦਾ। ਬਿਲਕੁਲ ਬਿਲਕੁਲ। ਉਹਨੇ ਕਵਿਤਾ 'ਚ ਵੀ ਇਹ ਜ਼ਿਕਰ ਕੀਤਾ ਵਾ, ਤੁਹਾਡੇ ਕੀਤੇ ਗਾਏ ਜੋ ਗਾਵਾਂ ਦਾ।
ਪਾਠ ਦੀ ਕਵਿਤਾ ਦਾ ਵੀ, ਪਾਠ ਦੇ ਥਾਟ ਦਾ ਵੀ, ਉਹਦੇ ਬੋਲਾਂ ਦਾ ਵੀ ਇਹੀ ਅਸਰ ਹੋਇਆ ਹੁਣ ਤੱਕ। ਤੇ ਲੇਕਿਨ ਇੱਕ ਗੱਲ ਆ ਕਿ ਪਾਸ਼ ਨੂੰ ਨਿਰਾ ਹੀ ਇਨਕਲਾਬੀ ਕਵੀ, ਨਿਰਾ ਹੀ ਕਾਮਰੇਡ ਕਵੀ, ਨਿਰਾ ਹੀ ਲਾਲ ਕਵੀ, ਨਿਰਾ ਹੀ ਅੱਗ ਦਾ ਕਵੀ, ਬਾਰੂਦ ਦਾ ਕਵੀ ਸਮਝ ਕੇ ਪੜ੍ਹਨਾ ਤੇ ਸਮਝਣਾ ਜਾਂ ਛੁਟਿਆ ਦੇਣਾ, ਟੈਗ ਲਾਉਣਾ, ਉਹਨਾਂ ਮੇਰੇ ਹਿਸਾਬ ਨਾਲ ਨਾ ਇਨਸਾਫੀ ਹੋ ਗਈ। ਉਹ ਕਵੀ ਸੀ ਤੇ ਸਰਬ ਪੱਖੀ ਕਵੀ ਸੀ। ਬਿਲਕੁਲ ਬਿਲਕੁਲ। ਉਹਨੇ ਬਖਸ਼ਿੰਦਰ ਜੀ ਬਹੁਤ ਸੋਹਣੇ ਗੀਤ ਵੀ ਲਿਖੇ, ਬਹੁਤ ਸੋਹਣੀਆਂ ਕਵਿਤਾਵਾਂ ਇੱਦਾਂ ਦੀਆਂ ਲਿਖੀਆਂ ਜਿਹੜੀਆਂ ਸਿੱਧੀਆਂ ਸਿੱਧੀਆਂ ਮੁਖਾਤਬ ਹੁੰਦੀਆਂ ਸੀ ਸਾਡੇ ਸਮਾਜ ਨੂੰ ਔਰ ਰਾਜਨੀਤੀ ਨੂੰ ਵੀ। ਜਦੋਂ ਇੰਦਰਾ ਦਾ ਕਤਲ ਹੋਇਆ ਜੀ, ਉਦੋਂ ਉਹਨੇ ਇੱਕ ਬੜੀ ਵਧੀਆ ਕਵਿਤਾ ਲਿਖੀ ਔਰ ਉਹਨੇ ਕਿਹਾ, ਮੈਂ ਸੁਣੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿੱਚ ਇੱਕ ਸਮਾਗਮ ਚੱਲ ਰਿਹਾ ਸੀ, ਉੱਥੇ ਸਟੇਜ ਸਕੱਤਰ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਸੀਗਾ ਕਿ ਹੁਣ ਥੋੜ੍ਹੀ ਦੇਰ ਬਾਅਦ ਪਾਸ਼ ਜਿਹੜਾ ਆਪਣੀ ਕਵਿਤਾ ਬੋਲੂਗਾ। ਪਰ ਪਾਸ਼ ਦਾ ਜਿੱਦਾਂ ਨਾ ਲੱਗਦਾ ਕਿ ਉਹ ਬੈਠਾ ਤਾਂ ਸਰੋਤਿਆਂ ਦੇ ਵਿੱਚ ਹੀ ਸੀ, ਉਹਦਾ ਮੂਡ ਨਹੀਂ ਸੀ ਬਣ ਰਿਹਾ ਉੱਠ ਕੇ ਸਟੇਜ 'ਤੇ ਆਉਣ ਦਾ। ਪਰ ਜਦੋਂ ਉਹ ਆਇਆ ਤੇ ਉਹਨੇ ਇੰਨੀ ਬੇਬਾਕ ਕਵਿਤਾ ਬੋਲੀ ਕਿ ਸ਼ਾਇਦ ਸਰੋਤੇ ਪਹਿਲੇ ਸ਼ਾਇਰਾਂ ਦੀਆਂ ਕਵਿਤਾਵਾਂ ਨੂੰ ਭੁੱਲ ਹੀ ਗਏ ਤੇ ਹੋਰ ਕਿਸੇ ਨੂੰ ਸੁਣਨ ਦੇ ਲਈ ਉਹ ਬੈਠੇ ਹੀ ਨਹੀਂ। ਉਹ ਪਾਸ਼ ਦੇ ਨਾਲ ਭੀੜ ਬਣ ਕੇ ਬਾਹਰ ਹਾਲ ਦੇ ਵਿੱਚੋਂ ਆ ਗਿਆ, ਕਿਉਂਕਿ ਆਪਦੀ ਕਵਿਤਾ ਉਹਨੇ ਬੋਲੀ ਤੇ ਸਟੇਜ ਤੋਂ ਉਤਰ ਕੇ ਤੇ ਹਾਲ ਤੋਂ ਬਾਹਰ। ਉਹਨੇ ਨਹੀਂ ਵੇਖਿਆ ਕਿ ਇਹਦਾ ਰਿਐਕਸ਼ਨ ਕੀ ਹੈ ਜਾਂ ਲੋਕ ਸਰੋਤਿਆਂ ਨੂੰ ਇਹਦਾ ਕੀ ਪ੍ਰਭਾਵ ਪਿਆ। ਉਹ ਆਪਦੀ ਗੱਲ ਕਰਕੇ ਬਾਹਰ ਆ ਗਿਆ। ਇੰਨਾ ਮਕਬੂਲ ਸ਼ਾਇਰ ਮੈਂ ਹੋਰ ਕੋਈ ਨਹੀਂ ਆਪਣੀ ਜ਼ਿੰਦਗੀ 'ਚ ਵੇਖ ਸਕਿਆ। MP ਸਿੰਘ ਜੀ, ਕਵਿਤਾ ਦੇ ਉੱਤੇ ਗੋਸ਼ਟੀਆਂ ਹੁੰਦੀਆਂ ਸੀ, ਕਵੀ ਦਰਬਾਰ ਹੁੰਦੇ ਸੀ ਤੇ ਫੰਕਸ਼ਨ ਹੁੰਦੇ ਸੀ, ਆਲੋਚਨਾ ਦੀਆਂ ਗੱਲਾਂ ਹੁੰਦੀਆਂ ਸੀ। ਹਾਂਜੀ। ਤੇ ਇਹ ਅੱਧ ਵਿਚਰਦਾ ਫੰਕਸ਼ਨ ਹੁੰਦਾ ਸੀ ਜਦੋਂ ਇਹ ਮਲਕ ਚਾਰੇ ਪਿੱਛੋਂ ਵੀ ਆ ਕੇ ਪਿਛਲੀਆਂ ਸੀਟਾਂ ਦੇ ਉੱਤੇ ਬਹਿ ਜਾਂਦਾ ਹੁੰਦਾ ਸੀ। ਕਈ ਵਾਰੀ ਕਈ ਫੰਕਸ਼ਨਾਂ ਵਿੱਚ ਮੁਲਾਕਾਤਾਂ ਹੋਈਆਂ, ਅਸੀਂ ਦੇਖਿਆ ਵੀ, ਤੇ ਉੱਥੇ ਪਿੱਛੇ ਆ ਕੇ ਬੈਠ ਜਾਂਦਾ ਹੁੰਦਾ ਸੀ। ਹਾਂਜੀ ਹਾਂਜੀ। ਦੂਜੀ ਗੱਲ ਇਹ ਆ ਕਿ ਅੱਜ ਪੰਜਾਬੀ ਕਵਿਤਾ ਦੀ ਜਿੱਥੇ ਵੀ ਗੱਲ ਹੁੰਦੀ ਹੈ, ਉਹਦੇ ਜੀਂਦੇ ਜੀ ਵੀ ਇਹ ਹਾਲ ਸੀ। ਉਹ ਆਪ ਉਸ ਫੰਕਸ਼ਨ ਵਿੱਚ ਹੋਵੇ, ਆਪ ਉਸ ਸਮਾਗਮ ਵਿੱਚ ਨਾ ਹੋਵੇ, ਪਰ ਉਸਦੀ ਕਵਿਤਾ ਦੀ ਉੱਤੇ ਗੱਲ ਹੁੰਦੀ ਹੀ ਹੁੰਦੀ ਸੀ, ਜ਼ਿਕਰ ਹੁੰਦਾ ਸੀ ਹਰ ਹਾਲਤ 'ਚ। ਹਾਂਜੀ ਬਿਲਕੁਲ। ਤੇ ਜੇ ਉਹਦੇ ਜੀਂਦੇ ਜੀ ਉਹਦੀ ਕਵਿਤਾ ਦਾ ਤੇ ਜਾਂ ਉਹਦੀਆਂ ਰਚਨਾਵਾਂ ਦਾ ਇਹ ਹਾਲ ਸੀ, ਇਹ ਹਸ਼ਰ ਸੀ, ਇਹ ਲੋਕ ਇਸ ਤਰ੍ਹਾਂ ਲੈਂਦੇ ਸੀ ਉਹਨੂੰ। ਤੇ ਉਹ ਤੋਂ ਮਰਨ ਤੋਂ ਬਾਅਦ ਤਾਂ ਉਸ ਜਿਹੜੀ ਉਹਦੀ ਮਕਬੂਲੀਅਤ ਦੀ ਰਫਤਾਰ ਤੇ ਪਰਮਾਰ ਤੇ ਜਿਹੜੀ ਉਹ ਤੂਫਾਨ ਵਾਂਗੂ ਵਧੀ ਹੈ, ਆਈ ਹੈ। ਇਸ ਕਰਕੇ ਪਾਸ਼ ਦੀ ਹੋਂਦ ਨੂੰ, ਪਾਸ਼ ਦੇ ਕਵੀ ਹੋਣ ਨੂੰ, ਪਾਸ਼ ਦੇ ਵੱਖਰੀ ਕਿਸਮ ਦੇ ਕਵੀ ਹੋਣ ਨੂੰ ਜਾਂ ਇਸ ਨੂੰ ਨਕਾਰਿਆ ਨਹੀਂ ਜਾ ਸਕਦਾ। ਇਹਦਾ ਅਸਰ ਜਿਹੜਾ ਆ ਉਹ ਰਹੂਗਾ, ਸਦੀਆਂ ਤੱਕ ਰਹੂਗਾ। ਜਿੰਨੇ ਚਿਰ ਤੱਕ ਸਾਡੇ ਮਨ ਵਿੱਚ ਸੰਵੇਦਨਸ਼ੀਲਤਾ ਹੈਗੀ ਆ, ਜਿੰਨਾ ਚਿਰ ਸਾਡੇ ਮਨ ਵਿੱਚ ਅੱਛੀ ਕਵਿਤਾ ਸੁਣਨ ਦਾ, ਅੱਛੀ ਕਵਿਤਾ ਜਜ਼ਬ ਕਰਨ ਦਾ, ਅੱਛੀ ਕਵਿਤਾ ਹਜ਼ਮ ਕਰਨ ਦਾ ਤੇ ਅੱਛੀ ਕਵਿਤਾ ਦੀ ਉਗਾਲੀ ਕਰਨ ਦਾ ਵੱਲ ਹੈਗਾ ਜਾਂ ਸਾਨੂੰ ਸਵਾਦ ਆਉਂਦਾ, ਉਹਨਾਂ ਚਿਰ ਇਹ ਸਵਾਦ ਅਸੀਂ ਲੈਂਦੇ ਹੀ ਰਹਾਂਗੇ। ਬਖਸ਼ਿੰਦਰ ਜੀ, ਤੁਹਾਨੂੰ ਯਾਦ ਹੋਣਾ ਪਾਸ਼ ਦੇ ਕਤਲ ਤੋਂ ਬਾਅਦ ਪਹਿਲੀ ਵਾਰੀ ਜਦੋਂ ਉਹਦਾ ਜਨਮ ਦਿਨ ਮਨਾਇਆ ਗਿਆ 9 ਸਤੰਬਰ 1988 ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਦੇ ਵਿੱਚ, ਸ਼ਾਇਦ ਹੀ ਕੋਈ ਕਿਸੇ ਭਾਸ਼ਾ ਦਾ ਵੱਡਾ ਲੇਖਕ ਰਹਿ ਗਿਆ ਹੋਊਗਾ ਜਿਹਨੇ ਸ਼ਿਰਕਤ ਨਹੀਂ ਕੀਤੀ ਪੂਰੇ ਹਿੰਦੁਸਤਾਨ ਤੋਂ। ਮੈਂ ਬੜੇ ਵੱਡੇ ਸ਼ਾਇਰਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਹੀ ਸੁਣਿਆ, ਭਾਵੇਂ ਸਮਝ ਨਹੀਂ ਆਈ ਕਿ ਕੀ ਕਹਿੰਦੇ ਆ। ਉਹ ਪਾਸ਼ ਬਾਰੇ ਇੰਨਾ ਸੋਹਣਾ ਬੋਲੇ। ਉਦੋਂ ਬਾਅਦ ਉਹਨਾਂ ਦੀਆਂ ਬੋਲੀਆਂ ਕਵਿਤਾਵਾਂ ਜਿਹੜੀਆਂ ਸੀਗੀਆਂ, ਉਹਨਾਂ ਦੇ ਜਿਹੜੇ ਵਿਚਾਰ ਸੀਗੇ ਉਹ ਪੰਜਾਬੀ ਵਿੱਚ, ਹਿੰਦੀ ਵਿੱਚ ਛਪ ਕੇ ਅਖਬਾਰਾਂ ਵਿੱਚ ਵੀ ਆਏ, ਮੈਗਜ਼ੀਨ ਵੱਖਰਿਆਂ 'ਚ ਛਪੇ। ਹਰ ਇੱਕ ਬੰਦੇ ਨੇ ਉਹਨੂੰ, ਹਰ ਇੱਕ ਕਵੀ ਨੇ ਜਿਹੜਾ ਬਹੁਤ ਉੱਚ ਪਾਏ ਦਾ ਕਵੀ ਕਹਿ ਲਓ ਜਾਂ ਬਹੁਤ ਮਕਬੂਲ ਕਵੀ, ਉਹਨੇ ਵੀ ਉਹਨੂੰ ਸਿਜਦਾ ਕੀਤਾ, ਉਹਦੀ ਕਵਿਤਾ ਨੂੰ, ਉਹਦੀ ਸ਼ਾਇਰੀ ਨੂੰ। ਠੀਕ ਹੈ ਜੀ। ਔਰ ਸ਼ਾਇਦ ਹੀ ਕੋਈ ਐਸੀ ਭਾਸ਼ਾ ਹੋਊਗੀ ਹਿੰਦੁਸਤਾਨ ਦੀ ਜਿਸ ਭਾਸ਼ਾ ਵਿੱਚ ਪਾਸ਼ ਨਾ ਛਪਿਆ ਹੋਵੇ। ਹਰ ਭਾਸ਼ਾ
ਨੇ ਉਹਦੀਆਂ ਕਵਿਤਾਵਾਂ ਦਾ ਅਨੁਵਾਦ ਕੀਤਾ। ਇਹਦੇ ਲਈ ਮੈਂ ਇੱਕ ਸ਼ਖਸੀਅਤ ਦਾ ਨਾਂ ਲੈਣਾ ਬਹੁਤ ਜ਼ਰੂਰੀ ਸਮਝਦਾ। ਡਾਕਟਰ ਚਮਨ ਲਾਲ ਹੋਏ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ, ਅਤੇ ਉਸ ਤੋਂ ਪਹਿਲਾਂ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਵਿੱਚ ਵੀ ਸੀਗੇ ਅਧਿਆਪਕ ਦੇ ਤੌਰ 'ਤੇ ਉਹਨਾਂ ਨੇ ਕੰਮ ਕੀਤਾ। ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਹਰ ਭਾਸ਼ਾ ਤੱਕ ਅਵਤਾਰ ਪਾਸ਼ ਦੀ ਕਵਿਤਾ ਨੂੰ ਪਹੁੰਚਾਇਆ ਜਾਵੇ। ਸ਼ਾਇਦ ਇਹ ਇੱਕੋ ਇੱਕ ਸ਼ਾਇਰ ਹੋਇਆ ਇੰਡੀਆ ਦਾ ਜਾਂ ਪੰਜਾਬੀ ਸਾਹਿਤ ਦਾ ਜਿਹਨੂੰ ਇਹ ਮਾਣ ਮਿਲਿਆ ਕਿ ਉਹ ਹਰ ਭਾਸ਼ਾ 'ਚ ਛਪਿਆ। ਔਰ ਜਿਹੜਾ ਤੁਹਾਡੀ ਗੱਲ ਟੋਕ ਰਿਹਾ, ਜਿਹੜਾ ਜਦੋਂ ਜਿਉਂਦਾ ਸੀ ਪਾਸ਼, ਹਾਂਜੀ, ਪਾਸ਼ ਪੰਜਾਬ ਤੱਕ ਸੀਮਤ ਸੀ। ਬਿਲਕੁਲ ਪੰਜਾਬ ਤੱਕ ਸੀਮਤ ਸੀ, ਹਾਂਜੀ, ਤੱਕ ਸੀਮਤ ਸੀ ਜਾਂ ਪੰਜਾਬ ਦੇ ਜ਼ਿਲ੍ਹਿਆਂ ਤੱਕ ਸੀਮਤ ਸੀ। ਹਾਂਜੀ ਹਾਂਜੀ। ਮਰਨ ਤੋਂ ਬਾਅਦ ਪਾਸ਼ ਤੇ ਪਾਸ਼ ਦੀ ਕਵਿਤਾ, ਉਹਦਾ ਨਾਂ ਜਿਹੜਾ ਆ ਉਹ ਪੂਰੇ ਭਾਰਤ ਵਿੱਚ ਹੀ ਨਹੀਂ, ਪੂਰੇ ਦੁਨੀਆ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਗੱਲ ਦੱਸਣੀ, ਉਹ ਪਿੱਛੇ ਮੇਰੀ ਗੱਲ ਰਹਿ ਗਈ ਸੀ ਕਿ ਜਦੋਂ ਉਹ ਮਰਿਆ ਸੀ ਤੇ ਉਹਨਾਂ ਦਿਨਾਂ 'ਚ ਅਖਬਾਰਾਂ ਨੇ ਕਾਫੀ ਕੁਝ ਲਿਖਿਆ, ਮੈਂ ਵੀ ਕੁਝ ਲੇਖ ਲਿਖੇ। ਮੇਰੀ ਇਹ ਹੁੰਦੀ ਸੀ, ਨਿਗਾਹ ਹੁੰਦੀ ਸੀ ਕਿ ਦੁਨੀਆ ਤੇ ਕਿਤੇ ਪਾਸ਼ ਦਾ ਨਾਂ ਲਿਆ ਜਾ ਰਿਹਾ ਜਾਂ ਪਾਸ਼ ਬਾਰੇ ਕੋਈ ਗੱਲ ਹੋ ਰਹੀ ਹੈ, ਮੈਂ ਉਹਨੂੰ ਮੋਨੀਟਰ ਕਰਾਂ। ਉਹਨਾਂ ਦਿਨਾਂ 'ਚ ਮੈਨੂੰ ਕਿਸੇ ਨੇ ਉੱਥੋਂ ਇੱਕ ਰਿਪੋਰਟ ਭੇਜੀ ਕਿ ਕੈਲੀਫੋਰਨੀਆ ਵਿੱਚ ਮੁਜ਼ਾਹਰਾ ਕੀਤਾ ਗਿਆ ਪਾਸ਼ ਦੇ ਕਤਲ ਦੇ ਖਿਲਾਫ, ਉਹਦੀਆਂ ਫੋਟੋਆਂ ਆਈਆਂ ਤੇ ਮੈਂ ਉਹ ਆਪਣੇ ਅਖਬਾਰ ਵਿੱਚ ਫਿਰ ਮੈਂ ਕਿਹਾ ਦੇਖੋ ਜੀ, ਆਪਾਂ ਆਪਣੇ ਅਖਬਾਰ ਵਿੱਚ ਉਹਦਾ ਲੇਖ ਛਾਪਿਆ ਸੀ, ਜਾਂ ਦੇਖੋ ਵੀ ਕੈਲੀਫੋਰਨੀਆ ਵਿੱਚ ਐਡਾ ਵੱਡਾ ਇਕੱਠ ਹੋਇਆ, ਲੋਕਾਂ ਨੇ ਉਹਦੀਆਂ ਤਸਵੀਰਾਂ ਫੜ ਕੇ ਮੁਜ਼ਾਹਰੇ ਕੀਤੇ ਆ ਕੈਲੀਫੋਰਨੀਆ ਦੀਆਂ ਸੜਕਾਂ ਤੇ, ਆਪਾਂ ਨੂੰ ਇਹ ਰਿਪੋਰਟ ਤਾਂ ਘੱਟੋ ਘੱਟ ਛਾਪਣੀ ਚਾਹੀਦੀ ਹੈ। ਤੇ ਤੁਹਾਡੀ ਕਿਰਪਾ ਨਾਲ ਉਹ ਰਿਪੋਰਟ ਜਗਬਾਣੀ ਛਪੀ ਸੀ ਫੋਟੋਆਂ ਸਮੇਤ। ਯਾਨੀ ਕਹਿਣ ਦਾ ਮਤਲਬ ਕਿ ਉਹ ਜਿੱਥੇ ਜਿੰਦੇ ਜੀ ਨਹੀਂ ਸੀ ਪਹੁੰਚਿਆ, ਮੈਂ ਨਹੀਂ ਕਹਿੰਦਾ ਕਿ ਉਹਨੂੰ ਕਤਲ ਕਰ ਦੇਣਾ ਜ਼ਰੂਰੀ ਸੀ, ਪਰ ਜਿਨ੍ਹਾਂ ਨੇ ਇਹ ਸੋਚਿਆ ਸੀ ਕਿ ਉਹਨੂੰ ਅਸੀਂ ਰੋਕ ਦੇਣਾ ਹੈ, ਉਹਦੀ ਰਫਤਾਰ ਰੋਕ ਦੇਣੀ ਹੈ, ਉਹ ਰੋਕ ਨਹੀਂ ਸਕੇ, ਉਹ ਅੱਗੇ ਤੋਂ ਅੱਗੇ ਜਾਂਦਾ ਰਿਹਾ। ਤੇ ਇਸ ਵੇਲੇ ਇਹ ਆ ਕਿ ਜਦੋਂ ਕਿਸੇ ਦੂਜੇ ਸੂਬੇ 'ਚ ਜਾਈਦਾ, ਮੈਂ ਪਿਛਲੇ ਜਾ ਕੇ ਆਇਆ, ਮੈਂ ਇੰਡੀਆ ਵੱਲ ਗਿਆ ਸੀ, ਜਿਸ ਮਰਜ਼ੀ ਸੂਬੇ 'ਚ ਜਾ ਕੇ ਜਦੋਂ ਤੁਸੀਂ ਪੰਜਾਬੀ ਦੀ ਗੱਲ ਕਰਦੇ ਆ ਤੇ ਲੋਕ ਪਾਸ਼ ਦੀ ਗੱਲ ਕਰਦੇ ਆ, ਬਿਲਕੁਲ ਬਿਲਕੁਲ ਸਾਨੂੰ ਪੁੱਛਦੇ ਆ, ਤੇ ਹਾਂ ਫਿਰ ਜਦੋਂ ਤੁਹਾਨੂੰ ਪਾਸ਼ ਕਹਿੰਦੇ ਆ ਉਹ, ਸਾਨੂੰ ਪਤਾ ਲੱਗਦਾ ਕਿ ਅਸੀਂ ਕਿੱਥੇ ਤੱਕ ਪਹੁੰਚੇ ਹੋਏ ਆ, ਸਾਡੀ ਕਵਿਤਾ ਕਿੱਥੇ ਤੱਕ ਆਈ। ਬਖਸ਼ਿੰਦਰ ਜੀ, ਇੱਕ ਮੈਂ ਤੁਹਾਨੂੰ ਗੱਲ ਹੋਰ ਯਾਦ ਕਰਾਉਣੀ ਚਾਹੁੰਦਾ। ਪਾਸ਼ ਨੇ ਇੱਕ ਕਵਿਤਾ ਲਿਖੀ ਸੀ ਜਿਹਦੇ ਵਿੱਚ ਜਗਬਾਣੀ ਦੇ ਮਾਲਕ ਕਹਿ ਲਓ, ਮੁੱਖ ਸੰਪਾਦਕ ਕਹਿ ਲਓ, ਲਾਲਾ ਜਗਤ ਰਾਮ ਦਾ ਜ਼ਿਕਰ ਆਉਂਦਾ। ਔਰ ਤੁਹਾਡੀ ਕੋਸ਼ਿਸ਼ ਨਾਲ, ਮੈਨੂੰ ਪਤਾ ਤੁਹਾਡੀ ਕੋਸ਼ਿਸ਼ ਨਾਲ ਉਸੇ ਅਖਬਾਰ ਨੇ ਆਪਦੇ ਸੰਪਾਦਕੀ ਪੰਨੇ ਉੱਤੇ ਪਾਸ਼ ਨੂੰ ਸ਼ਰਧਾਂਜਲੀ ਦਿੱਤੀ ਕਿ ਉਹ ਇੱਕ ਲੋਕਾਂ ਦਾ ਸ਼ਾਇਰ ਸੀ, ਹਾਲਾਂਕਿ ਉਹ ਉਹਨਾਂ ਦਾ ਵਿਰੋਧੀ ਸੀ। ਲਾਲਾ ਜਗਤ ਨਾਰਾਇਣ ਦਾ ਨਾਂ ਲੈ ਕੇ ਉਹਨੇ ਕਵਿਤਾ ਦੇ ਵਿੱਚ ਉਹਨੇ ਲਿਖਿਆ ਸੀ, ਉਹਨੇ ਮੈਨੂੰ ਜੇ ਸਤਰਾਂ ਥੋੜੀ ਯਾਦ ਆ ਜਾਣ, ਮੈਂ ਥੋੜੀ ਯਾਦ ਕਰਾਉਣਾ, ਉਹਦੀ ਇੱਕ ਨਜ਼ਮ ਸੀ ਕਿ ਮੈਨੂੰ ਕੁਝ ਬੋਲ ਚਾਹੀਦੇ ਹਨ ਜਿਹਨਾਂ ਦਾ ਇੱਕ ਗੀਤ ਬਣ ਜਾਵੇ। ਹਾਂਜੀ, ਇਹ ਗੀਤ ਮੈਂ ਗੂੰਗੇ ਲੋਕਾਂ ਨੂੰ ਸਮਰਪਿਤ ਕਰਨਾ ਹੈ। ਉਸ ਤੇ ਕਵਿਤਾ ਵਿੱਚ ਇਹ ਇੱਥੋਂ ਮੁੱਕਦੀ ਹੈ ਤੇ ਉਸ ਤੋਂ ਪਹਿਲਾਂ ਕੀਤਾ ਸੀ, ਚਲੋ ਮੈਂ ਹੀਨ ਜੋਤੀ ਨਾਲ ਵੀ ਇਕੱਠੀ ਕਰ ਲੈਂਦਾ ਹਾਂ, ਮੈਂ ਅਮਰਜੀਤ ਚੰਦਨ ਨਾਲ ਵੀ ਗੱਲ ਨਹੀਂ ਕਰਦਾ, ਤੇ ਮੇਰੇ ਦੇ ਦਿਓ ਲਾਲਾ ਜਗਤ ਨਾਰਾਇਣ ਦਾ ਗੰਜਾ ਸਿਰ। ਹਾਂਜੀ ਬਿਲਕੁਲ, ਤੇ ਇਹ ਸਾਰਾ ਕੁਛ ਉਹਨੇ ਲਿਖਿਆ। ਤੇ ਪਰ ਫਿਰ ਵੀ ਜਗਬਾਣੀ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਕਿ ਉਹ ਐਸੀ ਸ਼ਖਸੀਅਤ ਸੀ, ਇਹੋ ਜਿਹੀ ਪਰਸਨੈਲਿਟੀ ਸੀ ਜਿਹਦੇ ਬਾਰੇ ਲਿਖਣਾ ਸਾਨੂੰ ਪੈਣਾ ਹੀ ਜ਼ਰੂਰੀ ਸਮਝਿਆ, ਔਰ ਉਹਨੂੰ ਜ਼ਿਕਰ ਵੀ ਕੀਤਾ। ਬਹੁਤ ਵੱਡੀ ਗੱਲ ਹੈ। ਜਦੋਂ ਲੋਕੀ ਸੰਤ ਰਾਮ ਉਦਾਸੀ ਨੂੰ ਸੁਣਨ ਲਈ ਨਿਕਲਦੇ ਸੀ, ਪਿੰਡਾਂ ਦੀਆਂ ਸਟੇਜਾਂ ਦੇ ਵਿੱਚ ਰਾਤ ਨੂੰ ਫੰਕਸ਼ਨ ਹੁੰਦੇ ਸੀ ਵੱਖਰੀਆਂ ਕਮਿਊਨਿਸਟ ਧਿਰਾਂ ਦੇ, ਭਾਵੇਂ ਜਿਹੜੀ ਮਰਜ਼ੀ ਧਿਰ ਖੱਬੀ ਸੱਜੀ ਜਾਂ ਹੋਰ ਕੋਈ ਪ੍ਰੋਗਰਾਮ ਆਯੋਜਿਤ ਕਰਦੀ ਸੀ, ਤੇ ਸੰਤ ਰਾਮ ਉਦਾਸੀ ਉੱਚੀ ਹੇਕ 'ਚ ਗਾਉਂਦਾ ਸੀ। ਜਿੱਥੇ ਲੋਕੀ ਸੰਤ ਰਾਮ ਉਦਾਸੀ ਨੂੰ ਉਹਦੇ ਗੀਤ ਸੁਣਨ ਵਾਸਤੇ ਉਤਾਵਲੇ ਰਹਿੰਦੇ ਸੀ, ਉੱਥੇ ਪਾਸ਼ ਨੂੰ ਵੀ ਸੁਣਨ ਲਈ ਉਨੀ ਨਿਸ਼ਚਤਾ ਨਾਲ ਬੈਠਦੇ ਸੀ। ਹਾਲਾਂਕਿ ਪਾਸ਼ ਦੀ ਕਵਿਤਾ ਖੁੱਲ੍ਹੀ ਕਵਿਤਾ ਹੁੰਦੀ ਸੀ, ਪਰ ਉਹਨਾਂ ਨੇ ਗੀਤ ਵੀ ਲਿਖੇ।
ਜਿਵੇਂ ਉਹਨਾਂ ਨੇ ਇੱਕ ਗੀਤ ਮੈਨੂੰ ਯਾਦ ਆ ਰਿਹਾ ਜੀ, ਕੱਖਾਂ ਦੀ ਇਹ ਕੁਲੀਏ ਮਨਾਰ ਬਣ ਜਾਈ, ਪੈਰਾਂ ਦੀ ਇਹ ਮਿੱਟੀਏ ਪਹਾੜ ਬਣ ਜਾਈ, ਨਹੀਂ ਤੂੰ ਆਪਣੀ ਕਮਾਈ ਸਾਂਭ ਰੱਖਣੀ, ਕਿਰਤੀ ਦੀ ਇਹ ਕੁਲੀਏ ਲੱਖ ਲੱਖ ਜਾ ਤੇਰਾ ਕੱਖ ਨਹੀਂ। ਮਤਲਬ ਇਸ ਤਰੀਕੇ ਦੇ ਗੀਤ ਵੀ ਉਹਨਾਂ ਨੇ ਲਿਖੇ ਵੀ ਔਰ ਗਾਏ ਵੀ, ਔਰ ਉਹਨਾਂ ਨੂੰ ਪਤਾ ਸੀਗਾ ਕਿ ਮੈਂ ਜੇ ਲੋਕਾਂ ਦੀ ਗੱਲ ਕਰਦਾ ਵਾਂ ਤਾਂ ਲੋਕਾਂ ਤੱਕ ਪਹੁੰਚਣੀ ਜ਼ਰੂਰੀ ਹੈ। ਉਹਨਾਂ ਨੇ ਪਿੰਡੋਂ ਪਿੰਡੀ ਜਾ ਕੇ ਆਪਣੀ ਕਵਿਤਾ ਲੋਕਾਂ ਨੂੰ ਸੁਣਾਈ, ਭਾਵੇਂ ਉਹ ਬੌਧਿਕ ਪੱਧਰ ਕੁਛ ਇਸ ਤਰੀਕੇ ਦਾ ਹੁੰਦਾ ਸੀ ਕਿ ਖੁੱਲ੍ਹੀ ਕਵਿਤਾ ਨੂੰ ਲੋਕੀ ਸੁਣਨਾ ਬਹੁਤਾ ਚੰਗਾ ਨਹੀਂ ਸੀ ਸਮਝਦੇ ਹੁੰਦੇ, ਜਾਂ ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਈਆਂ ਲੋਕਾਂ ਦੇ ਉੱਪਰੋਂ ਦੀ ਲੰਘ ਜਾਂਦੀ ਸੀ, ਪਰ ਪਾਸ਼ ਦੀ ਕਵਿਤਾ ਇੱਕ ਵਿੱਚ ਸਾਦਗੀ ਵੀ ਸੀ, ਅਤੇ ਜਿਹਦੇ ਕਰਕੇ ਉਹਦੀ ਕਵਿਤਾ ਮਕਬੂਲ ਹੋਈ ਸਾਹਿਤਕ ਖੇਤਰ ਵਿੱਚ ਵੀ ਅਤੇ ਆਮ ਲੋਕਾਂ ਦੇ ਮਨਾਂ ਦੇ ਉੱਤੇ ਵੀ ਉਹਨੇ ਡੂੰਘਾ ਪ੍ਰਭਾਵ ਛੱਡਿਆ। ਜਿਹੜੇ ਗੀਤਾਂ ਦੀ ਗੱਲ ਕਰਦੇ ਹਾਂ, ਇੱਕ ਭੁਲੇਖੇ ਜਿਹੇ ਵਰਗੀ ਗੱਲ ਆ ਪਾਸ਼ ਬਾਰੇ। ਹਾਂਜੀ, ਕਿ ਪਾਸ਼ ਦੇ ਲਿਖੇ ਹੋਏ ਗੀਤ ਰਿਕਾਰਡ ਵੀ ਹੋਏ ਆ। ਗੱਲ ਆ, ਪਤਾ ਨਹੀਂ ਉਹਦੇ ਬਾਰੇ ਪ੍ਰਮਾਣਿਕਤਾ ਕੋਈ ਨਹੀਂ, ਸੱਚ ਕੋਈ ਨਹੀਂ, ਲੇਕਿਨ ਇਹ ਸੱਚ ਵਰਗਾ ਸੱਚ ਆ। ਤੁਹਾਡੀ ਆਵਾਜ਼ ਕੱਟ ਹੁੰਦੀ ਜਾਂਦੀ ਜੀ ਥੋੜੀ। ਝੂਠ ਵਰਗਾ ਸੱਚ ਆ ਤੇ ਸੱਚ ਵਰਗਾ ਝੂਠ ਆ। ਇਹ ਜਿਹੜੀ ਗੱਲ ਆ ਜਿਹੜੀ ਮੈਂ ਕਰਨ ਲੱਗਿਆ, ਇਹਦਾ ਪ੍ਰਮਾਣ ਮੈਂ ਕੋਈ ਨਹੀਂ ਦੇ ਸਕਦਾ। ਦਿਦਾਰ ਸੰਧੂ ਗਾਇਕ ਹੁੰਦਾ ਸੀ ਤੇ ਉਹ ਇਹਦਾ ਪਾਸ਼ ਆਪ ਹੀ ਸੰਧੂ ਸੀ। ਹਾਂਜੀ, ਤੇ ਪਾਸ਼ ਦਾ ਉਹ ਦੋਸਤ ਸੀ, ਤੇ ਉੱਧਰ ਇਹਨਾਂ ਦਾ ਸਾਂਝਾ ਦੋਸਤ ਸੀਗਾ ਸ਼ਮਸ਼ੀਰ ਸੰਧੂ, ਜੋ ਅਜੇ ਵੀ ਹੈ ਖੈਰ, ਉਹਦੀ ਉਮਰ ਲੰਬੀ ਕਰੇ। ਉਹ ਕਹਿੰਦੇ ਸੀ ਵੀ ਬਹੁਤ ਸਾਰੇ ਗਾਣੇ ਦਿਦਾਰ ਸੰਧੂ ਨੇ ਪਾਸ਼ ਤੇ ਲਿਖੇ ਗਾਏ ਆ, ਲੇਕਿਨ ਪਾਸ਼ ਨੇ ਉਹਨਾਂ ਗਾਣਿਆਂ ਦੇ ਨਾਲ ਆਪਣਾ ਨਾਂ ਨਹੀਂ ਦਿੱਤਾ। ਉਹ ਇਸ ਕਰਕੇ ਨਹੀਂ ਦਿੱਤਾ ਕਿ ਉਹਨਾਂ ਗਾਣਿਆਂ ਦੀ ਟੋਨ ਹੋਰ ਸੀ, ਲੇਕਿਨ ਜਿਹੜਾ ਪਾਸ਼ ਸੀ ਇਹ ਗੀਤ ਵਧੀਆ ਲਿਖ ਸਕਦਾ ਸੀ। ਤੇ ਜੇ ਇਹ ਥੋੜਾ ਜਿਹਾ ਇਹਦੇ ਕੋਸ਼ਿਸ਼ ਕਰਦਾ ਤੇ ਇਹ ਬਹੁਤ ਵਿਗੜਿਆ ਗੀਤਕਾਰ ਬਣ ਸਕਦਾ ਸੀ। ਠੀਕ ਹੈ। ਪਰ ਉਹਨੇ ਉਹ ਵਿਗੜਨਾ ਵੀ ਪਸੰਦ ਨਹੀਂ ਕੀਤਾ, ਤੇ ਉਸ ਸ਼ੋਹਰਤ ਤੇ ਉਸ ਜਿਹੜੀ ਮਸ਼ਹੂਰੀ ਦੇ ਵਿੱਚ ਵੀ ਉਹਨੇ ਉਲਝਣਾ ਨਹੀਂ ਚਾਹਿਆ। ਤੇ ਉਹਨੇ ਉਹ ਗੀਤ ਦਿੱਤੇ, ਦਿਦਾਰ ਸੰਧੂ ਨੂੰ ਦਿੱਤੇ, ਤੇ ਦਿਦਾਰ ਸੰਧੂ ਨੂੰ ਪੱਕੇ ਹੀ ਦੇ ਦਿੱਤੇ ਕਿ ਤੂੰ ਆਪਣੇ ਨਾਂ ਤੇ ਗਾ ਲਾ। ਬਿਲਕੁਲ। ਹਾਂਜੀ, ਸ਼ਾਇਦ ਤੁਸੀਂ ਬਖਸ਼ਿੰਦਰ ਜੀ ਇੱਕ ਜ਼ਿਕਰ ਹੋਰ ਜ਼ਰੂਰ ਕਰੋਗੇ ਕਿ ਉੱਡਣੇ ਸਿੱਖ ਮਿਲਖਾ ਸਿੰਘ ਦੀ ਜਿਹੜੀ ਆਟੋਬਾਇਓਗ੍ਰਾਫੀ ਹੈ, ਸਵੈ ਜੀਵਨੀ, ਉਹਦੀ ਜੀਵਨੀ ਉਹਨੇ ਲਿਖੀ ਸੀ। ਉਹਨੇ ਇੱਕ ਕਿਸਮ ਦਾ ਠੇਕਾ ਲਿਆ ਸੀ ਜੀ। ਜਿੱਦਾਂ ਹੁਣ ਇੱਕ ਗੱਲ ਹੋਰ ਆ ਕਿ ਫਰਜ਼ ਕਰ ਲਓ, ਮੈਨੂੰ ਕੋਈ ਚੀਜ਼ ਮੈਨੂੰ ਕਹਿ ਦੇਣ ਕਿ ਤੁਸੀਂ ਜੀ ਸੰਤ ਭਿੰਡਰਾਂ ਵਾਲੇ ਦੇ ਸੰਬੰਧ ਵਿੱਚ ਕੁਝ ਲਿਖਣਾ, ਪ੍ਰੋਜੈਕਟ ਦੇਤਾ ਤੁਹਾਨੂੰ, ਪ੍ਰੋਜੈਕਟ ਦੇਤਾ, ਤੇ ਤੁਹਾਨੂੰ ਇਹਦੇ ਬਦਲੇ ਚ ਅਸੀਂ ਇੰਨੇ ਪੈਸੇ ਦੇਵਾਂਗੇ। ਹਾਂਜੀ। ਤੇ ਉਹਦੇ ਵਿੱਚ ਮੈਂ ਸਿਰਫ ਇੱਕ ਲੇਖਕ ਦੇ ਤੌਰ ਤੇ ਹੀ ਨਹੀਂ, ਇੱਕ ਸਾਹਿਤਕਾਰ ਤੇ ਇੱਕ ਸ਼ਿਲਪੀ ਦੇ ਤੌਰ ਤੇ ਮੈਂ ਸੰਤ ਭਿੰਡਰਾਂ ਵਾਲੇ ਦੇ ਸੰਬੰਧ ਵਿੱਚ ਜੋ ਵੀ ਲਿਖਾਂ ਉਹ ਬਹੁਤ ਖੂਬਸੂਰਤ ਲਿਖਾਂ, ਲੋਕਾਂ ਨੂੰ ਅਪੀਲ ਕਰੇ ਉਹ। ਤੇ ਉਹ ਮਤਲਬ ਕਈ ਗੱਲਾਂ ਚ ਹੁੰਦੀ ਹੈ ਵੀ ਬੰਦੇ ਦੀ ਸ਼ਰਧਾ ਹੋਵੇ ਨਾ ਹੋਵੇ। ਮੈਂ ਇੰਦਰਾ ਗਾਂਧੀ ਦੇ ਉੱਤੇ ਤੇ ਮਰਦ ਤੇ ਪਿਕਚਰ ਲਿਖਿਆ ਸੀ, 15 ਮਿੰਟ ਦਾ ਰੇਡੀਓ ਤੋਂ। ਪਰ ਜਦੋਂ ਕੋਈ ਮੈਂ ਇੰਦਰਾ ਗਾਂਧੀ ਦਾ ਭੋਰਾ ਵੀ ਸ਼ਰਧਾਲੂ ਸੀ, ਤੇ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਲਾਈਨਾਂ ਸੀ ਕਿ 15 ਸਾਲ ਇਸ ਦੇਸ਼ ਦੀ ਜਮਹੂਰੀਅਤ ਤੇ ਰਾਜ ਕਰਨ ਵਾਲੀ ਔਰਤ ਨੂੰ 15 ਹੀ ਗੋਲੀਆਂ ਨਾਲ ਬਿਨ ਸੁੱਟਿਆ ਗਿਆ। ਇਹ ਜਿਹੜਾ ਹੈਗਾ ਉਟਲੇ ਸਿੱਖ ਵਾਲਾ ਇਹ ਪ੍ਰੋਜੈਕਟ ਮਿਲਿਆ ਸੀ, ਜਿੱਦਾਂ ਕਹਿੰਦੇ ਹੁੰਦੇ ਆ ਵੀ ਪੈਸੇ ਦੀ ਲੋੜ ਹਰ ਇੱਕ ਨੂੰ ਹੁੰਦੀ ਹੈ। ਉਹਨੇ ਉਹ ਪ੍ਰੋਜੈਕਟ ਲਿਖ ਕੇ ਇੱਕ ਸਾਹਿਤਕਾਰ ਦੇ ਤੌਰ ਤੇ ਆਪਣੀ ਕਲਾ ਰਾਹੀਂ ਪੈਸੇ ਕਮਾਏ ਸੀ, ਜਿੰਨੇ ਵੀ ਉਸ ਵਕਤ ਮਿਲੇ ਹੋਣਗੇ। ਤੇ ਲੇਕਿਨ ਉਹਦੇ ਵਿੱਚ ਵੀ ਉਹਨੇ ਇੱਕ ਲੇਖਕ ਵਾਲਾ ਨਿਆਂ ਪੂਰਾ ਕੀਤਾ। ਬਿਲਕੁਲ। ਬਖਸ਼ਿੰਦਰ ਜੀ, ਸਾਡੇ ਕੋਲ ਸਮਾਂ ਬੜਾ ਸੀਮਤ ਹੁੰਦਾ, ਅਸੀਂ ਗੱਲ ਪਾਸ਼ ਦੀ ਸ਼ੁਰੂ ਕੀਤੀ ਆ ਤੇ ਘੰਟਿਆਂ ਬੱਧੀ ਗੱਲ ਕੀਤੀ ਜਾ ਸਕਦੀ ਹੈ। ਅਖੀਰਲੇ 2 ਮਿੰਟਾਂ ਵਿੱਚ ਤੁਸੀਂ ਇਹਨੂੰ ਕਿਵੇਂ ਸਮ ਅਪ ਕਰਦੇ ਹੋ? ਇਹਦੇ ਵਿੱਚ ਜੀ ਮੈਂ ਤਾਂ ਇੰਨੀ ਗੱਲ ਕਹਾਂਗਾ ਕਿ ਪਾਸ਼ ਨੇ
ਜਿਹੜਾ ਮੁਕਾਮ ਹਾਸਲ ਕਰ ਲਿਆ ਹੈ ਹੂੰ ਉਸ ਤੋਂ ਕਦੇ ਖੋਇਆ ਨਹੀਂ ਜਾ ਸਕਦਾ। ਮਾੜੇ ਇਰਾਦਿਆਂ ਵਾਲੇ ਲੋਕ ਸ਼ਾਇਦ ਉਸ ਮੁਕਾਮ ਤੱਕ ਹੱਥ ਵੀ ਨਾ ਪਹੁੰਚਾ ਸਕਣ। ਹੂੰ ਸੋ ਸਾਨੂੰ ਪਾਸ਼ ਦਾ ਜਿਹੜਾ ਪਾਸ਼ ਦੀ ਸ਼ੋਹਰਤ ਆ, ਪਾਸ਼ ਦੀ ਲਿਆਕਤ ਆ, ਪਾਸ਼ ਦੀ ਜਿਹੜੀ ਟੈਲੈਂਟ ਆ, ਉਹਨੂੰ ਖਿੜੇ ਮੱਥੇ ਸਵੀਕਾਰ ਕਰਨਾ ਚਾਹੀਦਾ। ਬਿਲਕੁਲ ਉਹਨੂੰ ਨਕਾਰਦਿਆਂ ਆਪਣਾ ਜੀ ਨਹੀਂ ਸਾੜਨਾ ਚਾਹੀਦਾ। ਬਿਲਕੁਲ ਬਹੁਤ ਸਾਰੇ ਲੋਕਾਂ ਨੇ ਕੋਸ਼ਿਸ਼ ਕੀਤੀ ਬਖਸ਼ਿੰਦਰ ਜੀ ਉਹਦਾ ਅਕਸ ਵਿਗਾੜ ਕੇ ਪੇਸ਼ ਕਰਨ ਦੀ, ਕਾਮਯਾਬੀ ਉਹਨਾਂ ਨੂੰ ਨਹੀਂ ਮਿਲੀ, ਨਹੀਂ ਮਿਲਣੀ ਹੈ। ਸਗੋਂ ਉਹਨਾਂ ਨੂੰ ਇਹ ਤੁਹਾਡੇ ਕਹਿਣ ਮੁਤਾਬਕ ਉਹਦੀ ਇਸ ਜਿਹੜੀ ਵਡਿਆਈ ਆ ਉਹਨੂੰ ਸਵੀਕਾਰ ਕਰ ਲੈਣਾ ਚਾਹੀਦਾ ਕਿ ਉਹ ਲੋਕਾਂ ਦਾ ਸ਼ਾਇਰ ਸੀ, ਬਹੁਤ ਪਹੁੰਚਿਆ ਹੋਇਆ ਜਾਂ ਬਹੁਤ ਡੂੰਘੀ ਸਮਝ ਵਾਲਾ ਸ਼ਾਇਰ ਸੀ। ਜੇ ਜਿੰਦਾ ਰਹਿੰਦਾ ਤੇ ਹੋਰ ਬਹੁਤ ਕੁਝ ਕਰ ਦਿੰਦਾ। ਬੜਾ ਵਧੀਆ ਲਿਖੀ ਜਾਣਾ। ਮੈਂ ਤੁਹਾਡਾ ਸਮਾਂ ਦੇਣ ਤੇ ਵੌਇਸ ਆਫ ਇੰਡੀਆ ਵੱਲੋਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਬਖਸ਼ਿੰਦਰ ਜੀ। ਤੁਸੀਂ ਉਹਦੀ ਜਿਹੜੀ ਪਾਸ਼ ਦੀ ਨੇੜਤਾ ਦਾ ਨਿੱਘ ਵੀ ਮਾਣਿਆ। ਇਸ ਗੱਲ ਦਾ ਵੀ ਮੈਨੂੰ ਅਹਿਸਾਸ ਹੈ ਕਿ ਉਹ ਤੁਹਾਨੂੰ ਅਖਬਾਰੀ ਜਦੋਂ ਜ਼ਿੰਦਗੀ ਸੀ ਤੁਹਾਡੀ ਉਸ ਦੌਰਾਨ ਉਹ ਮਿਲਦਾ ਗਿਲਦਾ ਵੀ ਰਿਹਾ। ਉਹਦੀ ਕੋਸ਼ਿਸ਼ ਸੀ ਕਿ ਤੁਹਾਡੀ ਸੋਹਬਤ ਦੇ ਵਿੱਚ ਬੈਠ ਕੇ ਕੋਈ ਹੋਰ ਨਿਵੇਕਲੀਆਂ ਗੱਲਾਂ ਕਰ ਸਕਦਾ, ਨਿਵੇਕਲੀਆਂ ਕਵਿਤਾਵਾਂ ਲਿਖ ਸਕਦਾ, ਪਰ ਬਹੁਤਾ ਸਮਾਂ ਜਿੰਦਾ ਨਹੀਂ ਰਹਿ ਸਕਿਆ ਜਾਂ ਜਿੰਦਾ ਨਹੀਂ ਰੱਖਿਆ ਗਿਆ ਉਹਨੂੰ। ਅਤੇ ਇਹ ਸ਼ਾਇਦ ਪੰਜਾਬੀ ਸਾਹਿਤ ਵਾਸਤੇ ਜਾਂ ਹਿੰਦੁਸਤਾਨੀ ਸਾਹਿਤ ਵਾਸਤੇ ਬਹੁਤ ਵੱਡਾ ਘਾਟਾ ਜਿਹੜਾ ਉਹ ਹਮੇਸ਼ਾ ਰੜਕਦਾ ਰਹੇਗਾ। ਬਹੁਤ ਬਹੁਤ ਮਿਹਰਬਾਨੀ ਬਖਸ਼ਿੰਦਰ ਜੀ, ਥੈਂਕ ਯੂ ਵੈਰੀ ਮਚ।